ਹੈਲੋ ਸਟੂਡੈਂਟਸ, ਜਿਸ ਤਰ੍ਹਾਂ ਅਸੀਂ ਪਹਿਲਾਂ NTSC ਦੀ ਇੰਟਰੋਡਕਸ਼ਨ ਦੀ ਕਲਾਸ ਲਗਾ ਚੁੱਕੇ ਹਾਂ, ਜੋ ਸਾਡਾ ਨੈਸ਼ਨਲ ਟੈਲੈਂਟ ਸਰਚ ਐਗਜ਼ਾਮੀਨੇਸ਼ਨ ਹੁੰਦਾ ਹੈ, ਜੋ ਸਾਡਾ 10th ਕਲਾਸ ਵਿੱਚ ਹੁੰਦਾ ਹੈ, ਜਿਸ ਦੇ ਅੰਦਰ ਸਾਨੂੰ ਸਕਾਲਰਸ਼ਿਪ ਜਿਹੜੀ ਕਿ ਗਵਰਨਮੈਂਟ ਵੱਲੋਂ ਲੱਗਦੀ ਹੈ। ਸੋ ਇਹ ਦੋ ਸਟੇਜ ਦੇ ਵਿੱਚ ਹੁੰਦਾ ਹੈ। ਸਟੇਜ 1 ਸਟੇਟ ਵੱਲੋਂ ਲਈ ਜਾਂਦੀ ਹੈ ਅਤੇ ਸਟੇਜ 2 ਜਿਹੜੀ ਸਾਡੀ ਸੈਂਟਰ ਗਵਰਨਮੈਂਟ ਦੇ ਵੱਲੋਂ ਜਿਹੜੀ ਕਿ ਲਿਆ ਜਾਂਦਾ ਹੈ ਟੈਸਟ। ਸੋ ਇਸ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੋ ਗਿਆ ਮੈਂਟਲ ਐਬਿਲਿਟੀ ਟੈਸਟ। ਸੋ ਜਿਸ ਵਿੱਚ ਸਾਡੀ ਦਿਮਾਗ ਦੀ ਜਿਹੜੀ ਯੋਗਤਾ ਹੈ ਉਹ ਵੇਖੀ ਜਾਂ ਪਰਖੀ ਜਾਂਦੀ ਹੈ। ਸੋ ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਵਰਬਲ ਅਤੇ ਨੋਨ ਵਰਬਲ। ਸੋ ਅੱਜ ਦਾ ਸਾਡਾ ਜਿਹੜੀ ਕਲਾਸ ਸ਼ੁਰੂ ਹੋਣ ਜਾ ਰਹੀ ਹੈ ਵਰਬਲ 'ਤੇ ਬੇਸ ਹੋਵੇਗੀ। ਨੋਨ ਵਰਬਲ ਦੇ ਵਿੱਚ ਸਾਡੇ ਕੋਲ ਹੁੰਦਾ ਹੈ ਕਿ ਸਾਡੇ ਕੋਲ ਕੁਝ ਫਿਗਰਸ ਦਿੱਤੀਆਂ ਹੁੰਦੀਆਂ ਹਨ, ਅਸੀਂ ਉਹਨਾਂ ਨੂੰ ਕੰਪਲੀਟ ਕਰਨਾ ਹੁੰਦਾ ਹੈ ਜਾਂ ਇਸ ਤਰ੍ਹਾਂ ਦਾ ਕੁਝ ਵੀ ਸਾਨੂੰ ਦਿੱਤਾ ਹੁੰਦਾ ਹੈ। ਸੋ ਵਰਬਲ ਦੇ ਵਿੱਚ ਜੋ ਟੌਪਿਕ ਹਨ ਉਹ ਤੁਹਾਨੂੰ ਕਲੀਅਰ ਹੋ ਰਹੇ ਨੇ, ਬੋਰਡ 'ਤੇ ਤੁਹਾਨੂੰ ਦਿਖ ਰਹੇ ਹਨ ਕਿ ਸਾਡੇ ਕੋਲ ਜਿੰਨੇ ਵੀ ਟੌਪਿਕ ਵਿੱਚ ਆਉਂਦੇ ਹਨ। ਸੋ ਉਸ ਦੇ ਵਿੱਚ ਫਸਟ ਟੌਪਿਕ ਹੈ ਸਾਡਾ ਦੇਖੋ ਕਲਾਸੀਫਿਕੇਸ਼ਨ, ਜਿਸ ਦੇ ਵਿੱਚ ਸਾਡੀ ਟਾਈਪ 1 ਹੈ ਵਰਡ। ਸੋ ਕਲਾਸੀਫਿਕੇਸ਼ਨ ਕਿਹਦੀ ਕਰਨੀ ਅਸੀਂ? ਵਰਡ, ਸ਼ਬਦਾਂ ਦੀ। ਕਿਹਦੀ? ਸ਼ਬਦਾਂ ਦਾ ਵਰਗੀਕਰਨ। ਸੋ ਜੋ ਅਸੀਂ ਕਰਨਾ ਹੈ, ਸੋ ਪਹਿਲਾ ਸਾਡਾ ਓਡ ਵਨ ਆਊਟ। ਸੋ ਬਾਕੀਆਂ ਦੇ ਵਿੱਚੋਂ ਅਸੀਂ ਓਡ ਪਛਾਣਨਾ ਕਿਹੜਾ ਅਲੱਗ ਹੈ ਜਾਂ ਵੱਖਰਾ ਹੈ। ਠੀਕ ਹੈ, ਅਲੱਗ ਜਾਂ ਵੱਖਰਾ ਪਹਿਚਾਨਣਾ ਹੈ ਕਿਹੜਾ ਹੈ। ਸੋ ਤੁਹਾਨੂੰ ਕੁਝ ਵਰਡ ਜਿਹੜੇ ਉਹ ਦਿੱਤੇ ਹੋਣਗੇ। ਸੋ ਜਿਸ ਤਰ੍ਹਾਂ ਦੇਖੋ ਤੁਹਾਨੂੰ ਦਿਖ ਰਿਹਾ ਹੈ ਕਿ ਪਹਿਲਾ ਕੁਐਸਚਨ ਹੈ ਤੁਹਾਡੇ ਕੋਲ, ਜਿਸ ਦੇ ਵਿੱਚ ਆਪਸ਼ਨ ਹੈ ਸਾਡੀ। ਸੋ ਕੁਐਸਚਨ ਫਸਟ ਦੇਖਾਂਗੇ ਅਸੀਂ। ਆਪਸ਼ਨਸ ਹਨ ਪੈਨ, ਪੈਨਸਿਲ, ਇਰੇਜ਼ਰ, ਕੈਲਕੂਲੇਟਰ, ਇੰਕ। ਹੁਣ ਦੇਖੋ ਜਿਹੜਾ ਪੈਨ ਹੈ ਉਹ ਅਸੀਂ ਕਿਹਲੇ ਵਰਤਦੇ ਹਾਂ? ਲਿਖਣ ਦੇ ਲਈ। ਸੋ ਪੈਨਸਿਲ ਉਹ ਵੀ ਅਸੀਂ ਲਿਖਣ ਦੇ ਲਈ ਕੰਮ ਕਰਦੇ ਹਾਂ। ਸੋ ਇਰੇਜ਼ਰ ਜਿਹੜੀ ਸਾਡੇ ਕੋਲ ਉਸ ਨੂੰ ਵੀ ਅਸੀਂ ਸਾਫ਼ ਕਰਨ ਦੇ ਲਈ ਵਰਤਦੇ ਹਾਂ। ਇੰਕ ਜਿਹੜੀ ਹੈ ਉਹ ਵੀ ਸਾਡੇ ਕੋਲ ਜਿਹੜੀ ਕਿ ਪੈਨ ਦੇ ਵਿੱਚ ਯੂਜ਼ ਹੁੰਦੀ ਹੈ। ਸੋ ਫਿਰ ਹੈਗਾ ਸਾਡਾ ਕੈਲਕੂਲੇਟਰ, ਜੋ ਸਾਡੀ ਆਪਸ਼ਨ ਹੈ ਬੀ। ਸੋ ਇਸ ਦੇ ਵਿੱਚ ਸਾਡਾ ਅਲੱਗ ਕਿਹੜਾ ਹੈ? ਸੋ ਜਿਹੜੇ ਸਾਡੇ ਕੋਲ ਪੈਨ, ਪੈਨਸਿਲ, ਇਰੇਜ਼ਰ ਅਤੇ ਇੰਕ ਹਨ, ਸਾਰੇ ਹੀ ਸਾਡੇ ਕੋਲ ਚਾਰ ਦੇ ਚਾਰ ਇੱਕ ਦੂਜੇ ਨਾਲ ਰਿਲੇਟਡ ਹਨ। ਪੈਨਸਿਲ ਜਿਹੜੀ ਇਰੇਜ਼ਰ ਨਾਲ ਕੰਮ ਆ ਜਾਂਦੀ ਹੈ। ਸੋ ਜਿਹੜੀ ਇੰਕ ਹੈ ਉਹ ਪੈਨ ਦੇ ਲਈ ਕੰਮ ਆਉਂਦੀ ਹੈ। ਅਸੀਂ ਕੈਲਕੂਲੇਟਰ ਜਿਹੜਾ ਉਹ ਅਲੱਗ ਰਹਿ ਗਿਆ, ਜੋ ਸਾਡਾ ਕੈਲਕੂਲੇਸ਼ਨ ਲਈ ਆਉਂਦਾ ਹੈ। ਸੋ ਸਾਡਾ ਪਹਿਲੇ ਦੀ ਆਪਸ਼ਨ ਜਿਹੜੀ ਹੈ ਉਹ ਸਾਡੇ ਕੋਲ ਰਹਿ ਜਾਏਗੀ ਆਪਸ਼ਨ ਬੀ, ਸਾਡਾ ਕਰੈਕਟ ਆਂਸਰ ਹੋਏਗਾ, ਜੋ ਸਾਡਾ ਰਹੇਗਾ ਕੈਲਕੂਲੇਟਰ। ਠੀਕ ਹੈ, ਕੈਲਕੂਲੇਟਰ। ਸੋ ਫਿਰ ਸਾਡਾ ਕੁਐਸਚਨ ਸੈਕਿੰਡ ਹੈ, ਜਿਸ ਦੇ ਵਿੱਚ ਸਾਡੇ ਕੋਲ ਆਪਸ਼ਨਸ ਹਨ ਸਨੇਕ, ਸੱਪ, ਟਰਟਲ, ਕੱਛੂ, ਕਰੋਕੋਡਾਈਲ, ਮਗਰਮੱਛ ਹੈ ਸਾਡੇ ਕੋਲ, ਲਿਜ਼ਰਡ, ਕਿਰਲੀ ਜਿਹਨੂੰ ਅਸੀਂ ਬੋਲ ਦਿੰਦੇ ਹਾਂ, ਘਰਾਂ ਦੇ ਵਿੱਚ ਆਉਂਦੀ ਹੈ ਜ਼ਿਆਦਾਤਰ, ਵੇਲ, ਮੱਛੀ ਸਾਡੇ ਕੋਲ ਹੁੰਦੀ ਹੈ। ਹੁਣ ਇਹਨਾਂ ਦੇ ਵਿੱਚ ਸਾਡੇ ਕੋਲ ਅਲੱਗ ਕਿਹੜਾ ਹੈ? ਸਨੇਕ ਦੀ ਗੱਲ ਕਰ ਲਓ, ਟਰਟਲ ਦੀ ਗੱਲ ਕਰ ਲਓ, ਕਰੋਕੋਡਾਈਲ ਦੀ ਗੱਲ ਕਰ ਲਓ, ਲਿਜ਼ਰਡ ਦੀ ਗੱਲ ਕਰ ਲਓ, ਇਹ ਸਾਰੇ ਜਿਹੜੇ ਨੇ ਸਾਡੇ ਕੋਲ ਇੱਕ ਸਰਫਸ ਦੇ ਉੱਪਰ ਰਹਿੰਦੇ ਹਨ, ਯਾਨੀ ਕਿ ਸਾਡੇ ਕੋਲ ਪਾਣੀ ਤੋਂ ਬਾਹਰ ਰਹਿੰਦੇ ਹਨ। ਸੋ ਜਿਹੜੀ ਵੇਲ ਹੈ, ਮੱਛੀ ਹੈ, ਉਹ ਪਾਣੀ ਦੇ ਵਿੱਚ ਰਹਿੰਦੀ ਹੈ। ਸੋ ਅਲੱਗ ਹੋ ਗਈ ਸਾਰਿਆਂ ਦੇ ਨਾਲੋਂ, ਇਸ ਲਈ ਸਾਡਾ ਇਸ ਦਾ ਆਨਸਰ ਹੋ ਗਿਆ ਈ, ਜੋ ਸਾਡਾ ਹੈ ਵੇਲ, ਜਾਂ ਇਸ ਨੂੰ ਅਸੀਂ ਇਸ ਨੂੰ ਵੀ ਲਿਖ ਦਿੰਦੇ ਵੇਲ, ਮੱਛੀਆਂ ਦੀ ਸਾਡੀ। ਸੋ ਇਸ ਤੋਂ ਬਾਅਦ ਸਾਡੀ ਆਪਸ਼ਨ ਹੈ ਥਰਡ। ਸੋ ਥੋੜ੍ਹਾ ਜਿਹਾ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ, ਜਿਹੜਾ ਪੇਪਰ ਹੁੰਦਾ ਤੁਹਾਡੇ ਕੋਲ ਉਹ ਤੁਹਾਨੂੰ ਜੇਕਰ ਤਾਂ ਸਟੇਟ ਲੈਵਲ 'ਤੇ ਹੋ ਰਿਹਾ ਤਾਂ ਇੱਕ ਤਾਂ ਤੁਹਾਡੀ ਸਟੇਟ ਦੀ ਜਿਹੜੀ ਲੈਂਗੁਏਜ ਹੋਏਗੀ ਤੁਹਾਨੂੰ ਉਹ ਹੋਏਗੀ, ਜਿਸ ਤਰ੍ਹਾਂ ਸਾਡੀ ਪੰਜਾਬ ਹੈ ਪੰਜਾਬੀ ਲੈਂਗੁਏਜ ਹੋਏਗੀ, ਅਤੇ ਨਾਲ ਤੁਹਾਨੂੰ ਇੰਗਲਿਸ਼ ਲੈਂਗੁਏਜ ਜਿਹੜੀ ਉਹ ਜ਼ਰੂਰ ਵੇਖਣ ਨੂੰ ਮਿਲੇਗੀ। ਸੋ ਇਸ ਲਈ ਕੋਸ਼ਿਸ਼ ਜ਼ਿਆਦਾਤਰ ਇਹ ਕਰਨੀ ਹੈ ਕਿ ਤੁਸੀਂ ਇੰਗਲਿਸ਼ ਦੇ ਵਿੱਚ ਵੀ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਨੈਕਸਟ ਜਿਹੜੇ ਜੋ ਵੀ ਤੁਸੀਂ ਆਪਣੀ ਲਾਈਫ ਦੇ ਵਿੱਚ ਆਪਣੇ ਕੰਪੀਟੀਟਿਵ ਐਗਜ਼ਾਮ ਜਿਹੜੇ ਦੇਣ ਦੀ ਤਿਆਰੀ ਕਰੋਗੇ ਤਾਂ ਉਸ ਵਿੱਚ ਤੁਹਾਡੇ ਲਈ ਇੰਗਲਿਸ਼ ਜਿਹੜੀ ਆ ਬਹੁਤ ਹੈਲਪਫੁਲ ਰਹੇਗੀ। ਪੰਜਾਬੀ ਸਾਡੀ ਜ਼ਿਆਦਾਤਰ ਪੰਜਾਬ ਲੈਵਲ ਤੱਕ ਹੋ ਕੇ ਰਹਿ ਜਾਂਦੀ ਹੈ। ਉਸ ਤੋਂ ਬਾਅਦ ਜੋ ਵੀ ਸੈਂਟਰ ਲੈਵਲ ਦੇ ਪੇਪਰ ਹਨ ਸਾਡੇ ਹਿੰਦੀ ਜਾਂ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਆਉਂਦੇ ਹਨ। ਸੋ ਜੇਕਰ ਤੁਸੀਂ ਉਸ ਸਾਈਡ 'ਤੇ ਜਾਣਾ ਹੈ, ਕੋਈ ਨਾ ਕੋਈ ਵੀ ਤਿਆਰੀ ਕਰਨੀ ਹੈ, ਤਾਂ ਤੁਹਾਨੂੰ ਹਿੰਦੀ ਜਾਂ ਇੰਗਲਿਸ਼ 'ਤੇ ਜਿਹੜੀ ਕੌਂਸਨਟਰੇਟ ਜਿਹੜਾ ਹੈ ਧਿਆਨ ਉਹ ਦੇਣਾ ਪੈਣਾ ਹੈ। ਸੋ ਪੰਜਾਬ ਵਾਸਤੇ ਤੁਹਾਨੂੰ NTSC ਕਲੀਅਰ ਹੈ ਕਿ ਤੁਸੀਂ ਪੰਜਾਬੀ 'ਚ ਧਿਆਨ ਦਿਓ, ਪਰ ਨਾਲ ਦੀ ਨਾਲ ਇੰਗਲਿਸ਼ ਵੀ ਸਿੱਖੋ, ਕਿਉਂਕਿ ਇਸ ਤਰ੍ਹਾਂ ਦੀਆਂ MCQ ਆਪਸ਼ਨਸ ਹੁੰਦੀਆਂ ਨੇ। ਇਹਨਾਂ ਲਈ ਅਸੀਂ ਦੋਵੇਂ ਲੈਂਗੁਏਜ ਨੂੰ ਜਿਹੜਾ ਕਿ ਪ੍ਰੈਫਰ ਕਰਕੇ ਚੱਲ ਸਕਦੇ ਹਾਂ, ਨਾਲ ਦੀ ਨਾਲ ਤੁਹਾਡਾ ਜਿਹੜਾ ਇੱਕ ਨੌਲੇਜ ਹੈ ਉਹ ਵੀ ਤੁਹਾਡੀ ਵਧੇਗੀ। ਸੋ ਥਰਡ ਕੁਐਸਚਨ ਹੈ ਸਾਡਾ, ਜਿਸ 'ਚ ਹੈ ਸਾਡੇ ਕੋਲ ਕੈਰਟ, ਗਾਜਰ ਜਿਸ ਨੂੰ ਕਹਿੰਦੇ ਆ, ਪੋਟੈਟੋ, ਆਲੂ, ਬੀਟ ਹੈ ਸਾਡਾ, ਰੇਡਿਸ਼ ਹੈ ਮੂਲੀ, ਅਤੇ ਸਵੀਟ ਪੋਟੈਟੋ ਜਿਸ ਨੂੰ ਸ਼ੱਕਰਕੰਦੀ ਜ਼ਿਆਦਾਤਰ ਅਸੀਂ ਬੋਲ ਦਿੰਦੇ ਹਾਂ। ਸੋ ਹੁਣ ਇਸ ਦੇ ਵਿੱਚ ਦੇਖੋ ਸਾਡੇ ਕੋਲ 5 ਤਰ੍ਹਾਂ ਦੀਆਂ ਜੋ ਸਬਜ਼ੀਆਂ ਲਾ ਲਓ ਕਿ ਸਾਨੂੰ ਦੇ ਦਿੱਤੀਆਂ ਗਈਆਂ ਨੇ, ਵੈਜੀਟੇਬਲਸ। ਸੋ ਜਿਸ ਦੇ ਵਿੱਚ ਸਾਡੇ ਕੋਲ ਕੈਰਟ ਹੈ ਜਾਂ ਗਾਜਰ ਹੈ, ਬੀਟ ਹੈ ਜਾਂ ਸਾਡਾ ਰੇਡਿਸ਼ ਹੈ ਜਾਂ ਸਵੀਟ ਪੋਟੈਟੋ ਹੈ, ਸਾਰੇ ਹੀ ਸਾਡੇ ਕੋਲ ਇੱਕ ਰੂਟ ਹੁੰਦੀਆਂ ਹਨ। ਸੋ ਇੱਕ ਪੋਟੈਟੋ ਹੀ ਜਿਹੜੀ ਸਾਡੇ ਕੋਲ ਰੂਟ ਜਿਹੜੀ ਉਹ ਨਹੀਂ ਹੁੰਦੀ ਹੈ। ਸੋ ਸਾਡੇ ਕੋਲ ਆਪਸ਼ਨ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ ਸੀ। ਸੋ ਜਿਸ ਦਾ ਸਾਡਾ ਆ ਗਿਆ ਪੋਟੈਟੋ। ਸੋ ਜਿਸ ਨੂੰ ਅਸੀਂ ਬੋਲਦੇ ਹਾਂ ਆਲੂ, ਇਹ ਸਾਡਾ ਕੀ ਹੁੰਦਾ ਹੈ? ਸਟੈਮ, ਜਿਸ ਨੂੰ ਅਸੀਂ ਬੋਲਦੇ ਹਾਂ ਤਣਾ ਬੋਲ ਦਿੰਦੇ ਹਾਂ। ਫਿਰ ਸਾਡਾ ਕੁਐਸਚਨ 4 ਨੰਬਰ ਤੁਹਾਨੂੰ ਦਿਖ ਰਿਹਾ ਹੈ। ਸੋ ਉਸ ਵਿੱਚ ਸਾਡੇ ਕੋਲ ਆਪਸ਼ਨ ਹਨ ਲੇਕ, ਝੀਲ ਜਿਸ ਨੂੰ ਅਸੀਂ ਬੋਲਦੇ ਹਾਂ, ਪੂਲ ਜਿਸ ਵਿੱਚ ਸਾਡੇ ਕੋਲ ਪਾਣੀ ਸਰਾਊਂਡਡ ਹੁੰਦਾ ਹੈ, ਇੱਕ ਸਾਡੇ ਕੋਲ ਇਨਕਲੋਜ਼ਡ ਬਣਿਆ ਹੁੰਦਾ, ਉਸ ਵਿੱਚ ਪਾਣੀ ਹੁੰਦਾ, ਪੌਂਡ, ਤਲਾਬ, ਪੂਲ ਜਿਸ ਨੂੰ ਤਲਾਬ ਕਹਿ ਲਓ ਤੁਸੀਂ, ਪੌਂਡ ਸੇਮ ਫਾਰਮ ਹੋ ਗਈ ਸਾਡੇ ਕੋਲ,
टैंक हो गया, ब्रूक हो गया। सो लेक की गल करिए, ये भी असी जिहड़ी कि आर्टिफिशियल बना सकते हैं। पौंड वो भी असी आर्टिफिशियल बना लेंगे। पूल की गल करिए, वो भी असी आर्टिफिशियल बनाते हैं। टैंक हो गया जिहड़ा साडा, ये भी असी आर्टिफिशियल यानी कि मैन मेड जिहड़े कि बने हो सकते हैं। पर एक ब्रूक इहो जी चीज़ है जिहड़ी नैचुरल जिहड़ी कि पानी का जिहड़ा फ्लो हुंदा है साडे को फ्रैश वाटर का। सो ये साडे को ऑप्शन आ जाती है जो साडे को है ई। सो जिस च साडा आंसर है ब्रूक। ठीक है, ये साडा डिपेंड करता है फ्रैश वाटर दे नाल, फ्रैश वाटर नैचुरली, ठीक है, फ्लो जिहड़ा कि वो करता है। सो फिर साडा आंदा है क्वेश्चन 5th। सो क्वेश्चन 5th देखो साडे को है पैरट, तोता जिसनूं बोलते हैं, वल्चर गिद्ध, सो स्पैरो, कोयल, स्वैम। सो इन्हां दे विच साडे कोल पैरट जिहड़ा है, देखो तुसीं पंख देखे होने, वो उड़दा है। सो वल्चर गिद्ध जिहड़ा वो भी उड़दा है। स्पैरो चिड़ी वो भी उड़दी है। कोयल वो भी तुसीं उड़दी वेखी है। सो स्वैम जिहड़ा स्वैन हुंदा है साडे को, ये उड़दा नहीं है। सो इसलिए सारिਆਂ नालों अलग हो गया। तो साडी जिहड़ी ऑप्शन आ गई 5th क्वेश्चन की, वो आ गई साडे को ई, जिसका आंसर आ गया साडे को स्वैन। सो इस तो बाद साडा क्वेश्चन आता है 6th। सो 6th क्वेश्चन दे विच साडे को है मरकरी। सो साडी मैटल्स हैं, मरकरी, तांबा, जिस पारा, सॉरी पारा बोलते हैं असी। फिर साडा है मून, चंद। सो साडा क्वेश्चन है 6th। सो जिस दे विच साडे को है मरकरी, मून, जुपिटर, वीनस ਅਤੇ प्लूटो। ਹੁਣ ना पंजे ही ऑप्शनस ਨੂੰ ध्यान नाल देखो। मरकरी हो गया, ए ऑप्शन हो गई साडे मरकरी, जुपिटर, प्लूटो हो गया, वीनस हो गया, सारे ही साडे को एक साडे सूरजी ग्रह हैं जिन्होंने तुसीं पढ़ते हो। सो एक मून दिता है गया है जिहड़ा साडे कोल सूरजी मंडल का जिहड़ा ग्रह नहीं है। सो जिहड़ा एक धरती का साडा नैचुरल जिन्हों प्लैनेट या ग्रह मन्निया जाता है, इसलिए मून जिहड़ा है वो बाकी सारिਆਂ नालों अलग हो जाता है। तो साडी ऑप्शन किहड़ी आ गई पी, मून। सो जिसनों असीं कहंदे हां चंद जां चंद्रमा। सो इस तो बाद आ गया साडा क्वेश्चन 7th, जिस साडे कोल है बीन, कैरट, टमाटो, ग्रेप्स एंड बनाना। हुण ग्रेप्स की गल कर लो, साडे कोल फ्रूट है। बनाना की गल कर लो, साडे कोल फ्रूट है। उस तो बाद साडे कोल टमाटो की गल कर लो, कैरट कर लो, बीन। ਹੁਣ जिस साडे कोल दो ऑप्शन हैं, बनाना एंड ग्रेप्स, वो फ्रूट हो गया साडे। सो जिहड़ा कैरट हो गया, टमाटो हो गया, जिहड़ा साडा ये साडे कोल वैजीटेबल आ गई। सो फिर हैगा साडा बीन। सो टमाटो नूं तुसीं भी सैलेड विच कट के खांदे हो, कैरट नूं भी तुसीं कच्चा खा सकते हो, बनाना नूं भी खा सकते हो, अते ग्रेप्स नूं भी खा सकते हो कच्चा तुसीं। बट बीन एक उहो जी चीज़ है जिहड़ा असीं कच्चा जिहड़ा नहीं खा सकते। सो ये साडे कोल ऑप्शन आ जाती है साडी ए, जो साडा है बीन। फिर साडा आंदा है 8th। सो इन्हां क्वेश्चनस के लिए जो भी तुसीं टिक मार्क करनी है, तो तुहानूं थोड़ा जिहा हर चीज़ के बारे पता होना चाहिए है। फ्रूट्स बारे पता होना चाहिए है, वैजीटेबल बारे पता होना चाहिए है, कलर्स बारे पता होना चाहिए है, पेन पेंसिल सारा थोड़ा, एनीमल्स बारे पता होना चाहिए है, तुहानूं फ्लावर्स बारे ज्ञान होना चाहिए है। तो तुसीं इन्हां दे जिहड़े आंसर्स ने वो ईजिली जिहड़ा वो दे सकते हो। सो घबराउण की लोड़ नहीं है, डरन की लोड़ नहीं है। असीं प्रैक्टिस इस तरह करांगे, साडे मोस्टली क्वेश्चन जिहड़े वो डिस्कस हो जाएंगे। सो इस तो बाद साडा क्वेश्चन आंदा है 8th, जिस विच है क्लब, ब्रश, क्रेयॉन, पैन एंड पेंसिल। सो इन्हां सारिਆਂ ਨੂੰ देखिया तो ब्रश तुसीं अपने पेंट करने लई वरतदे हो, पैन नूं भी वरतदे हो, पेंसिल नूं भी वरतदे हो, क्रेयॉन के कलर्स भी आते हैं। तुसीं ज़्यादातर कहते हो दुकान ते क्रेयॉन के कलर्स दे दो सानूं, ठीक है, वो हो गए कलर साडे को। सो क्लब साडे को एक अलग तरह का ब्रश हुंदा है जिहड़ा एक साइड तो थोड़ा मोटा हुंदा है। सो इसलिए सारिਆਂ नालों अलग हो जाता है। तो साडे को 8th क्वेश्चन का आंसर आ गया ए। सो साडा आंसर बन गया क्लब। सो 9th। सो 9वीं दे विच साडे को है सिल्वर, आयरन, गोल्ड, जिंक ਅਤੇ टिन। सो 5 ਦੀਆਂ 5 ਜਿਹੜੀਆਂ ਸਾਡੇ ਕੋਲ ਮੈਟਲ ਦੇ ਦਿੱਤੀਆਂ ਗਈਆਂ ਹਨ। ਸੋ ਅਸੀਂ ਗੱਲ ਕਰੀਏ ਤਾਂ ਸਿਲਵਰ ਮੈਟਲ ਹੈ, ਗੋਲਡ ਹੈ, ਟਿਨ ਹੈ, ਜਿੰਕ ਹੈ। ਸੋ ਇਹਨਾਂ ਵਿੱਚੋਂ ਆਇਰਨ ਇੱਕ ਇਹੋ ਜਿਹਾ ਹੈ ਜਿਹੜਾ ਕਿ ਐਟਮੋਸਫੇਅਰ ਦੇ ਵਿੱਚ ਆ ਕੇ ਵਾਤਾਵਰਨ ਦੇ ਵਿੱਚ ਸਾਡੇ ਕੋਲ ਜਿਸ ਨੂੰ ਜੰਗ ਲੱਗਦਾ ਹੈ, ਠੀਕ ਹੈ। ਸੋ ਇਸ ਲਈ ਸਾਡੇ ਕੋਲ ਆਪਸ਼ਨ ਆ ਗਈ ਸਾਡੀ ਬੀ ਆਪਸ਼ਨ। ਸੋ ਜਿਹੜਾ ਆ ਗਿਆ ਸਾਡਾ ਆਇਰਨ, ਜਿਸ ਨੂੰ ਅਸੀਂ ਲੋਹਾ ਬੋਲ ਦਿੰਦੇ ਹਾਂ। ਸੋ ਇਸ ਨੂੰ ਸਾਡਾ ਜਿਹੜਾ ਜੰਗ ਹੈ ਉਹ ਆਕਸੀਜਨ ਦੇ ਨਾਲ ਜਦੋਂ ਕਿਰਿਆ ਕਰਦਾ ਹੈ, ਆਕਸੀਡੇਸ਼ਨ ਹੁੰਦੀ ਹੈ, ਮਤਲਬ ਕਿ ਆਕਸੀਜਨ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਸ ਨੂੰ ਜੰਗ ਲੱਗ ਜਾਂਦਾ ਹੈ। ਸੋ ਜਦੋਂ ਤੁਸੀਂ ਆਇਰਨ ਨੂੰ ਦੇਖੋ ਕਿਤੇ ਵੀ ਪਿਆ, ਤਾਂ ਜੇਕਰ ਉਹ ਹਵਾ ਵਿੱਚ ਪਿਆ ਹੈ ਤਾਂ ਉਹਦੇ 'ਤੇ ਕੁਛ ਬਰਾਊਨ ਜਿਹੀ ਕਲਰ ਦਾ ਜਿਹੜਾ ਕਿ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜੋ ਉਸ ਦਾ ਜਿਹੜਾ ਕਿ ਅਸੀਂ ਜੰਗ ਕਹਿ ਦਿੰਦੇ ਹਾਂ।
ਸੋ ਇਸ ਲਈ ਜ਼ਿਆਦਾਤਰ ਆਇਰਨ ਵਾਲੀਆਂ ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਪੇਂਟ ਕਰਕੇ ਰੱਖਦੇ ਹਾਂ ਤਾਂ ਜੋ ਉਹਨਾਂ 'ਤੇ ਜਿਹੜਾ ਆਕਸੀਜਨ ਹੈ ਉਹ ਜਿਹੜੀ ਕਿਰਿਆ ਨਾ ਕਰੇ। ਸੋ ਇਸ ਤੋਂ ਬਾਅਦ ਆਉਂਦਾ ਸਾਡਾ ਕੁਐਸਚਨ ਨੰਬਰ 10th। ਸੋ 10ਵੇਂ ਕੁਐਸਚਨ 'ਚ ਹੈ ਰਿੰਗ, ਔਰਨਾਮੈਂਟ, ਨੈਕਲੇਸ, ਬੈਂਗਲ, ਬ੍ਰੈਸਲੇਟ। ਸੋ ਰਿੰਗ ਜਿਹੜੀ ਅਸੀਂ ਹੱਥ ਵਿੱਚ ਪਾਉਂਦੇ ਹੋ, ਠੀਕ ਹੈ। ਉਸ ਤੋਂ ਬਾਅਦ ਨੈਕਲੈਸ ਗਲ ਵਿੱਚ ਪਾਉਂਦੇ ਹਾਂ ਅਸੀਂ, ਬ੍ਰੈਸਲੇਟ ਅਸੀਂ ਆਪਣੇ ਬਾਂਹ ਦੇ ਵਿੱਚ, ਰਿਸਟ ਵਿੱਚ ਲਗਾਉਂਦੇ ਹਾਂ, ਬੈਂਗਲ ਹੋ ਗਈਆਂ ਜਿਹੜੀਆਂ ਜ਼ਿਆਦਾਤਰ ਲੇਡੀਜ਼ ਪਹਿਨਦੀਆਂ ਹਨ, ਬੰਗਾ, ਔਰਨਾਮੈਂਟ। ਹੁਣ ਸਾਰੀਆਂ ਜਿਹੜੀਆਂ ਪਹਿਲੀਆਂ ਸੀ ਸਾਡੇ ਕੋਲ ਆਪਸ਼ਨ A C D ਜਾਂ E ਹੋ ਗਈਆਂ, ਸਾਰੀਆਂ ਇੱਕ ਔਰਨਾਮੈਂਟ ਦੀਆਂ ਫਾਰਮ ਹੋ ਗਈਆਂ, ਉਸ ਦੀਆਂ ਟਾਈਪਸ ਹੋ ਗਈਆਂ। ਸੋ ਉਹ ਤਾਂ ਟਾਈਪਸ ਹੋ ਗਈਆਂ, ਕਾਈਂਡਸ ਹੋ ਗਈਆਂ, ਔਰਨਾਮੈਂਟ ਦੀਆਂ ਕਿਸਮਾਂ ਹੋ ਗਈਆਂ। ਔਰਨਾਮੈਂਟ ਗਹਿਣੇ ਹੁੰਦਾ ਹੈ। ਸੋ ਔਰਨਾਮੈਂਟ ਜਿਹੜਾ ਇੱਕ ਅਲੱਗ ਸਾਡੇ ਕੋਲ ਕਲਾਸ ਹੈ, ਉਹ ਸਾਡੇ ਕੋਲ ਆਨਸਰ ਸਾਡਾ B ਆ ਜਾਂਦਾ ਹੈ, ਜਿਸ ਦਾ ਹੈ ਆਨਸਰ ਹੈ ਔਰਨਾਮੈਂਟ, ਗਹਿਣੇ। ਸੋ ਬਾਕੀ ਸਾਰੇ ਸਾਡੇ ਕੋਲ 4 ਹੀ ਆਪਸ਼ਨ ਗਹਿਣੇ ਦੀਆਂ ਕਿਸਮਾਂ ਹਨ। ਸੋ ਫਿਰ ਆਉਂਦਾ ਸਾਡਾ ਕੁਐਸਚਨ ਨੰਬਰ 11th। ਸੋ ਕੁਐਸਚਨ 11th ਸਾਡੇ ਕੋਲ ਹੈ ਫਾਸਟਰ, ਬਿੱਗਰ, ਗ੍ਰੇਟਰ, ਲਾਰਜਰ, ਟਾਲਰ। ਹੁਣ ਇਹਨਾਂ ਨੂੰ ਧਿਆਨ ਨਾਲ ਸਮਝੋ। ਫਾਸਟਰ ਮਤਲਬ ਕਿ ਜਿਹੜਾ ਤੇਜ਼ ਦੌੜਦਾ ਹੈ, ਬਿੱਗਰ ਜਿਹੜਾ ਵੱਡਾ ਹੈ, ਗ੍ਰੇਟਰ ਜਿਹੜਾ ਵੱਡਾ ਹੈ, ਲਾਰਜਰ ਉਹ ਵੀ ਵੱਡਾ ਹੈ, ਟਾਲਰ ਉਹ ਵੀ ਵੱਡਾ ਹੈ। ਸੋ ਜਿਹੜੀ B C D E ਆਪਸ਼ਨ ਹੈ ਉਹ ਸਾਡੀ ਸਾਰੀਆਂ ਵੱਡੇ ਨਾਲ ਰਿਲੇਟਡ ਹਨ। ਸੋ ਇਸ ਲਈ ਸਾਡੀ ਆਪਸ਼ਨ ਦਾ ਆਨਸਰ ਆ ਗਿਆ A। ਸੋ ਜੋ ਹੈ ਸਾਡਾ ਫਾਸਟਰ ਮਤਲਬ ਕਿ ਜਿਹੜਾ ਤੇਜ਼ ਦੌੜਦਾ ਹੈ। ਸੋ ਇਸ ਤੋਂ ਬਾਅਦ ਸਾਡਾ ਕੁਐਸਚਨ ਆਉਂਦਾ ਹੈ 12th। ਸੋ ਕੁਐਸਚਨ ਨੰਬਰ 12 ਦੇ ਵਿੱਚ ਕੀ ਹੈ, ਹਿਮਾਚਲ ਪ੍ਰਦੇਸ਼ ਦਿੱਤਾ ਗਿਆ ਹੈ। ਸੋ ਹਿਮਾਚਲ ਪ੍ਰਦੇਸ਼ ਕੀ ਹੈ, ਸਾਡੀ ਸਟੇਟ ਹੈ, ਰਾਜ ਹੈ ਸਾਡਾ। ਹਰਿਆਣਾ ਹੋ ਗਿਆ, ਇਹ ਵੀ ਸਾਡਾ ਰਾਜ ਹੈ। ਜੰਮੂ ਕਸ਼ਮੀਰ ਹੋ ਗਿਆ, ਚੰਡੀਗੜ੍ਹ ਹੋ ਗਿਆ, ਪੰਜਾਬ ਹੋ ਗਿਆ। ਉਹਨਾਂ ਵਿੱਚ ਦੇਖੋ A ਆਪਸ਼ਨ ਸਾਡਾ ਰਾਜ ਹੈ, B ਹਰਿਆਣਾ ਰਾਜ ਹੈ, ਜੰਮੂ ਐਂਡ ਕਸ਼ਮੀਰ ਉਹ ਵੀ ਸਾਡਾ ਇੱਕ ਰਾਜ ਹੈ। ਸੋ E ਉਹ ਵੀ ਸਾਡਾ ਇੱਕ E ਪੰਜਾਬ ਸਾਡਾ ਇਹ ਰਾਜ ਹੈ। ਸੋ ਜਿਹਦੇ ਸਾਡਾ ਆਪਸ਼ਨ D ਆਉਂਦੀ ਹੈ, ਜਿਸ 'ਚ ਸਾਡੇ ਕੋਲ ਚੰਡੀਗੜ੍ਹ ਦਿੱਤਾ ਗਿਆ ਹੈ। ਸੋ ਚੰਡੀਗੜ੍ਹ ਸਾਡਾ ਇੱਕ ਰਾਜ ਨਹੀਂ ਹੈ, ਇਹ ਸਾਡਾ ਕੀ ਇੱਕ UT ਹੈ। ਹੁਣ ਤਾਂ ਸਾਡਾ ਜਿਹੜਾ ਜੰਮੂ ਐਂਡ ਕਸ਼ਮੀਰ ਹੈ ਉਸ ਦੀ ਵੀ ਡਿਵੀਜ਼ਨ ਕਰ ਦਿੱਤੀ ਗਈ ਹੈ, ਲੱਦਾਖ ਬਣ ਗਿਆ ਹੈ, J&K ਬਣ ਗਿਆ ਹੈ, ਜਿਸ ਵਿੱਚ ਸਾਡੇ ਕੋਲ ਜਿਹੜੀ ਹੈ UT ਵੀ ਬਣ ਗਈ ਹੈ ਇੱਕ, ਠੀਕ ਹੈ। ਸੋ ਇਹ ਕੁਐਸਚਨ ਸਾਡਾ ਪਹਿਲਾ ਹੈ। ਸੋ ਧਿਆਨ ਰੱਖਣਾ ਜਦੋਂ ਵੀ ਚੰਡੀਗੜ੍ਹ, ਦਿੱਲੀ, ਅੰਡੇਮਾਨ ਨਿਕੋਬਾਰ ਇਸ ਤਰ੍ਹਾਂ ਦੀ ਜਿਹੜੀਆਂ ਸਾਡੀਆਂ UTs ਹਨ ਉਹ ਆਉਂਦੀਆਂ ਹਨ, ਤਾਂ ਉੱਥੇ ਤੁਸੀਂ ਆਪਸ਼ਨ ਜਿਹੜੀ ਉਹ ਧਿਆਨ 'ਚ ਰੱਖਣੀ ਹੈ ਕਿ ਆਪਣੀਆਂ ਸਟੇਟਸ ਬਾਰੇ ਗਿਆਨ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਇੱਕ ਆਪਣੀ UTs ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਸੋ ਇਸ ਦੇ ਬਾਰੇ ਤੁਹਾਨੂੰ ਇੱਕ ਡਿਸਪਲੇ ਹੋ ਰਿਹਾ ਹੋਵੇਗਾ, ਜਿਸ ਵਿੱਚ ਸਾਰੀਆਂ ਸਾਡੀਆਂ ਇੱਕ ਸਾਈਡ 'ਤੇ UTs ਲਿਖੀਆਂ ਹੋਈਆਂ ਹਨ ਅਤੇ ਦੂਸਰੇ ਸਾਈਡ 'ਤੇ ਸਾਡਾ ਜਿਹੜਾ ਸਾਰਾ ਐਟ ਕਰੰਟ ਟਾਈਮ ਸਾਡੀਆਂ ਜੋ ਸਟੇਟਸ ਹਨ ਉਹ ਲਿਖੀਆਂ ਹੋਈਆਂ ਹਨ। ਕੁਐਸਚਨ ਨੰਬਰ ਆਉਂਦਾ ਹੈ 13th। ਸੋ ਸਾਡੇ ਕੋਲ ਕੀ ਆਪਸ਼ਨਸ ਹਨ, ਪੈਂਥਰ, ਲਾਇਨ, ਵੇਲ, ਫੌਕਸ, ਕ੍ਰੋਕੋਡਾਈਲ। ਹੁਣ ਪੈਂਥਰ ਦੀ ਗੱਲ ਕਰੋ ਜਾਂ ਅਸੀਂ ਲਾਇਨ ਦੀ ਗੱਲ ਕਰ ਲਈਏ, ਦੋਵੇਂ ਇੱਕੋ ਜਿਹੇ ਹਨ। ਫੌਕਸ ਸਾਰਿਆਂ ਦੀਆਂ 4-4 ਲੱਤਾਂ ਹੁੰਦੀਆਂ ਨੇ, ਅਸੀਂ ਕਲੀਅਰ ਕਰ ਲੈਂਦੇ ਹਾਂ, ਠੀਕ ਆ ਥੋੜ੍ਹਾ ਜਿਹਾ। ਫਿਰ ਸਾਡੇ ਕੋਲ ਹੈਗਾ ਵੇਲ, ਫਿਰ ਹੈਗਾ ਕ੍ਰੋਕੋਡਾਈਲ। ਹੁਣ ਜਦੋਂ ਵੇਲ ਅਤੇ ਕ੍ਰੋਕੋਡਾਈਲ ਹੈ, ਇਹਨਾਂ ਦੋਵਾਂ ਨੇ ਕਨਫਿਊਜ਼ਨ ਸਾਨੂੰ ਕਰਤਾ, ਕਨਫਿਊਜ਼ ਕਰਤਾ। ਸੋ ਜਦੋਂ ਕਨਫਿਊਜ਼ ਕਰਤਾ ਤਾਂ ਅਸੀਂ ਵੇਲ ਅਤੇ ਕ੍ਰੋਕੋਡਾਈਲ 'ਚ ਕੰਪੈਰੀਜ਼ਨ ਕੀਤਾ। ਕ੍ਰੋਕੋਡਾਈਲ ਪਾਣੀ 'ਚ ਵੀ ਰਹਿੰਦਾ ਹੈ ਅਤੇ ਪਾਣੀ ਤੋਂ ਬਾਹਰ ਵੀ ਰਹਿੰਦਾ ਹੈ, ਪਰ ਜੋ ਵੇਲ ਹੈ ਉਹ ਮੱਛੀ ਹੈ, ਫਿਸ਼ ਹੈ, ਸੋ ਜੋ ਪਾਣੀ ਵਿੱਚ ਰਹਿੰਦੀ ਹੈ। ਸੋ ਬਾਕੀ ਜਿਹੜੇ ਲਾਇਨ ਹੋ ਗਿਆ, ਪੈਂਥਰ ਹੋ ਗਿਆ ਜਾਂ ਫੌਕਸ ਹੋ ਗਿਆ, ਉਹ ਵੀ ਸਾਡੇ ਕੋਲ ਜ਼ਮੀਨ 'ਤੇ ਰਹਿੰਦੇ ਹਨ, ਪਾਣੀ 'ਚ ਨਹੀਂ ਰਹਿੰਦੇ। ਸੋ ਇਸ ਲਈ ਸਾਡੇ ਕੋਲ ਆਪਸ਼ਨ ਜਿਹੜੀ ਸਾਡੀ ਬਣ ਗਈ, ਜਿਹੜੀ ਅਲੱਗ ਹੋ ਗਈ, ਉਹ ਹੈਗੀ ਸਾਡੀ ਆਪਸ਼ਨ C। ਸੋ ਜਿਸ ਦਾ ਆਨਸਰ ਹੈ ਵੇਲ। ਸੋ ਕੁਐਸਚਨ ਨੰਬਰ 14 ਆਪਸ਼ਨ ਹੈ ਸਾਡੇ ਕੋਲ ਅਪ੍ਰੈਲ, ਮਈ, ਜੁਲਾਈ, ਸਤੰਬਰ ਅਤੇ ਨਵੰਬਰ। ਹੁਣ ਆ ਗਿਆ ਸਾਡੇ ਕੋਲ ਮਹੀਨੇ, ਸਾਲ ਦੇ ਮਹੀਨੇ ਜਾਂ ਮੰਥਸ ਆਫ ਈਅਰ। ਸੋ ਇਹਨਾਂ ਦੇ ਬਾਰੇ ਪਹਿਲੀ ਗੱਲ ਤਾਂ ਤੁਹਾਨੂੰ ਹਰ ਇੱਕ ਮੰਥ ਦੇ ਜਿਹੜੇ ਡੇਜ਼ ਨੇ ਪਤਾ ਹੋਣੇ ਚਾਹੀਦੇ ਨੇ, ਕਿਹੜੇ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ। ਦੂਸਰਾ, ਅਤੇ ਕਿਹੜਾ ਔਡ ਮੰਥ ਹੈ, ਕਿਹੜਾ ਈਵਨ ਮੰਥ ਹੈ, ਇਸ ਬਾਰੇ ਪਤਾ ਹੋਣਾ ਚਾਹੀਦਾ ਹੈ। ਹੁਣ ਜੇਕਰ ਅਸੀਂ ਅਪ੍ਰੈਲ ਦੀ ਗੱਲ ਕਰੀਏ, ਔਡ ਮਤਲਬ ਜਿਸ ਦੇ ਟੰਗ ਕਿਹੜਾ ਪਹਿਲੇ ਨੰਬਰ 'ਤੇ ਆਉਂਦਾ ਹੈ। ਸੋ ਜਿਸ ਟੰਗ ਦੀ ਕਲੀਅਰ ਕਰ ਲਈ ਅਸੀਂ 1 3 5 7 9 11 2 4 6 8 10 ਅਤੇ 12 ਇਹ ਸਾਡੇ ਕੋਲ ਔਡ ਹਨ, ਮਤਲਬ ਕਿ ਟਾਂਕ ਹਨ। ਇਹ ਸਾਡੇ ਕੋਲ ਜਿਸਤ ਹਨ, ਮਤਲਬ ਕਿ ਜਿਸ ਨੂੰ ਅਸੀਂ ਈਵਨ ਬੋਲਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਅਪ੍ਰੈਲ ਮੰਥ ਦੀ। ਅਪ੍ਰੈਲ ਮੰਥ ਸਾਡੇ ਕੋਲ ਆਉਂਦਾ 4th 'ਤੇ। ਦੂਸਰਾ ਮਈ ਦੀ ਗੱਲ ਕਰੋ, ਮਈ ਸਾਡੇ ਕੋਲ ਆਉਂਦਾ 5 'ਤੇ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਜੁਲਾਈ। ਜੁਲਾਈ ਦੀ ਗੱਲ ਕਰ ਲਓ, ਸਾਡੇ ਕੋਲ ਆਉਂਦਾ ਹੈ 7 'ਤੇ। ਸਤੰਬਰ ਦੀ ਗੱਲ ਕਰ ਲਓ, ਸਾਡੇ ਕੋਲ 9th ਮੰਥ ਹੁੰਦਾ, 9 'ਤੇ ਆ ਗਿਆ। ਨਵੰਬਰ ਦੀ ਗੱਲ ਕਰ ਲਓ, 11 'ਤੇ ਆ ਗਿਆ। ਹੁਣ ਦੇਖੋ 4 ਮੰਥ ਤਾਂ ਉੱਪਰ ਆ ਗਏ, ਔਡ ਦੇ ਵਿੱਚ ਆ ਗਏ, ਇੱਕ ਨੀਚੇ ਆ ਗਿਆ। ਇਹਦਾ ਮਤਲਬ ਆਹ 4 ਤਾਂ ਸੇਮ ਹੋ ਗਏ, ਇਹ ਅਲੱਗ ਹੋ ਗਿਆ। ਇਸ ਲਈ ਸਾਡੀ ਜਿਹੜੀ ਆਪਸ਼ਨ ਕੀ ਬਣ ਗਈ 14th ਕੁਐਸਚਨ ਦੀ
ए ऑप्शन, ठीक है, जिस ਦੇ ਵਿੱਚ ਸਾਡਾ ਕੀ ਆਉਂਦਾ ਹੈ अप्रैल। सो इस तो बाद साडा क्वेश्चन है 15th। सो ऑप्शनस हैं साडे कोल वीट जिसनों कणक कहते हैं, पैडी जिसनों असी धान की खेती कहते हैं हिंदी च, ते असी जिसनों झोना भी कहते हैं। फिर है साडा जवार, फिर है साडा मीज़, ठीक है, मीज़ मक्की नूं कहते हैं। जवार भी साडे कोल इस तरह ही हुंदी है। मस्टर्ड हो गई साडे कोल। हुण इन्हें 5 फसलां जिहड़ियां हन साडे कोल, तो वीट कणक की गल करो तुसीं पींदे हो तो रोटी खाते हो, चावलों की गल करो चावलों भी तुसीं पी लेंदे हो, तुहाडे कोल उसदा चावलों का आटा बनता है। जवार नूं तुसीं पीओगे तो उसदा भी तुहाडे कोल आटा तैयार हो जाएगा। मेज़ नूं पीओगे, मक्की नूं पीओगे तो भी तुहाडे कोल जिहड़ा आटा जिहड़ा उसदा तैयार हो जाएगा। हुण आ गई गल मस्टर्ड सरों की गल, ठीक है, जिसके पीले पीले फुल लगते हैं, ज़्यादा सर्दियों में तुहानूं देखण नूं मिलदी है। सो इसनूं जदों तुसीं पींदे हो ਜਾਂ कोलू की वरतों करते हो, मतलब जिस तेल कढ़ते हैं असीं, ठीक है, सो इसका तेल निकलता है। सो बाकी सारिਆਂ ਨੂੰ ਅਸੀਂ एक फ्लोर के फॉर्म के खाते हैं, यूज़ करते हैं, तो इसनूं असीं तेल वरतते हैं, सरों का तेल या सरसों का तेल जिसनूं बोलते हैं। इसलिए ये साडे बाकियां नालों अलग हो गया। तो साडी ऑप्शन आ गई ई, जो है साडी मस्टर्ड, जिसनूं असीं बोलते हैं सरों। फिर आंदा क्वेश्चन नंबर साडा 16, जिस साडे कोल ईयर, आई, नोज़, थ्रोट, टंग। सो ईयर की गल करो कन्नां दे नाल असीं सुणदे हाँ, आई की गल करो असीं देखते हाँ, नोज़ नक की गल करो असीं सूंघते हाँ, थ्रोट की गल करो गले की असीं कुछ भी इहो जिहा नहीं करते। सो उस तो बाद टंग जीभ की गल करो सानूं टेस्ट का पता लगता है। सो जिहड़े 4 हो गए वो तो साडे सेंस ऑर्गनस हो गए, जिन्हां नाल सानूं सूंघना, देखना, सुनना जां टेस्ट का पता लगता है। पर थ्रोट एक इहो जी चीज़ है जिहड़ी चारां दे नालों अलग हो गई। सो गला जिहड़ा साडा आ गया, ऑप्शन आ गई इसकी साडे कोल 16 दी डी ऑप्शन, जिस साडा आंदा है थ्रोट, जिसनूं असीं बोल दिंदे हां साडा गला, ये जो साडा पार्ट हुंदा है, ठीक है। इस तो बाद क्वेश्चन आता है साडा 17। सो 17th क्वेश्चन च है साडे कोल मिस्ट, क्लाउड, रेन, वेपर, फॉग। हुण जिहड़ा बारिश हुंदी है, रेन हुंदी है, रेन दे विच देखो साडे कोल मिस्ट भी देखण नूं मिलदी है, थोड़ी थोड़ी जो बर्फ डिगदी है, ठीक है। साडे कोल क्लाउड बदल हुंदे हन, वेपर हुंदा है, वाष्पीकरण हुंदा है, सो फॉग हुंदी है। सो रेन दे नाल ये सारियां चीज़ां साडे कोल प्राप्त होंदियां हन। सो इसलिए रेन जिहड़ी हो गई ना सारियां दे नालों साडे कोल अलग हो गई। तो साडा ऑप्शन आ गई सी, सो जिसका आंसर है साडा रेन जां वरखा, जां जिसनूं बारिश कह सकते हैं असीं। सो क्वेश्चन आ गया 18, जिस विच साडे कोल है ड्राइविंग, सेलिंग, डाइविंग, फिशिंग एंड स्विमिंग। सो ड्राइविंग जदों तुसीं करदे हो तो तुसीं रोड ते करदे हो, ठीक है, कार चलाते हो, बाइक चलाते हो, कुछ भी तुसीं ड्राइव करते हो तो ऑन द रोड करते हैं। सो सेलिंग तुसीं सी दे विच जाके समुंदर 'च जाके करते हो, ठीक है। सो डाइविंग वो भी तुसीं डाइव करते हो, डुबकी लगाते हो ना पानी दे विच डाइव करते हो। फिशिंग वो भी पानी दे विच ही हुंदी साडे कोल, ठीक है। सो स्विमिंग वो भी पानी च हुंदी है। सो इसदियां साडे कोल बी सी डी ई ऑप्शन जिहड़ियां 4 ने साडे कोल पानी दे नाल वाटर दे विच ही पॉसीबल हुंदियां हन। सो रह गई साडे कोल ऑप्शन ए। सो इसलिए आंसर आ गया ए। सो जिसका आंसर है साडा ड्राइविंग, सो जो साडे कोल ऑन द सरफेस ऑफ द लैंड हुंदी है। सो इस तो बाद साडा क्वेश्चन आंदा है 19, जिस साडे कोल ऑप्शन है बनाना, मैंगो, गुआवा, जिंजर अते लैमन। हुण देखो बनाना हो गया, मैंगो हो गया, गुआवा हो गया, लैमन हो गया, सारे साडे को फ्रूट की फॉर्म च आ जाते हैं। सो जिंजर की हुंदा साडा अदरक आ गया। सो इसलिए साडे कोल अलग हो गया सारिਆਂ ਦੇ ਨਾਲੋਂ। ये साडा ऑप्शन आ गया डी, जिसका आंसर है साडा जिंजर, जिसनूं असीं बोलते हैं अदरक। सो फिर आंदा साडा क्वेश्चन 20th, जिस च साडा शॉप, पेंसिल, कैनवस, पेंट, ब्रश। सो क्वेश्चन 20 साडे कोल ऑप्शनस हैं शॉप, पेंसिल, कैनवस, पेंट, ब्रश। शॉप का मतलब दुकान हो गया, पेंसिल हो गया साडे कोल जिसनूं असीं कच्ची पेंसिल बोल दिंदे हां, कैनवस साडे कोल तरपाल जिसनूं ट्रैपलिन भी कहते हैं, कैनवस जां कैनवस हो गया, पेंट हो गया, ब्रश हो गया। सो ये बी सी डी ई ऑप्शन जो है साडे कोल चार ही सारियां सानूं शॉप तो मिलदियां हैं, इसलिए शॉप दे विच सारा मटीरियल सानूं मिलता है, इसलिए साडा आंसर हो गया ए, जिसका ऑप्शन है साडे कोल शॉप। सो क्वेश्चन नंबर 21, इस दे विच साडे कोल
ਦਿੱਤਾ ਇੰਜੀਨੀਅਰ, ਐਡਵੋਕੇਟ, ਡਾਕਟਰ, ਕੋਰਟ ਜਰਨਲਿਸਟ। ਹੁਣ ਡਾਕਟਰ ਦੇਖੋ ਇੱਕ ਪ੍ਰੋਫੈਸ਼ਨ ਹੈ, ਕੋਈ ਨਾ ਕੋਈ ਬੰਦਾ ਚੂਜ਼ ਕਰਦਾ ਹੈ ਕਿ ਮੈਂ ਡਾਕਟਰ ਬਣਨਾ ਹੈ, ਕੋਈ ਨਾ ਕੋਈ ਚੂਜ਼ ਕਰਦਾ ਮੈਂ ਐਡਵੋਕੇਟ ਬਣਨਾ ਹੈ, ਆਪਸ਼ਨ ਬੀ ਹੈ। ਸੀ ਇਹਦੇ ਵਿੱਚ ਸਾਡੇ ਕੋਲ ਹੈ ਡਾਕਟਰ, ਇਹਦੇ ਵਿੱਚ ਇੰਜੀਨੀਅਰ ਸਾਡਾ ਪ੍ਰੋਫੈਸ਼ਨ ਹੋ ਗਿਆ, ਜਰਨਲਿਸਟ ਵੀ ਪ੍ਰੋਫੈਸ਼ਨ ਹੋ ਗਿਆ। ਕੋਰਟ ਇੱਕ ਇਹੋ ਜਿਹੀ ਚੀਜ਼ ਹੈ ਜੋ ਪ੍ਰੋਫੈਸ਼ਨ ਨਹੀਂ ਹੈਗਾ, ਇੱਕ ਜਿੱਥੇ ਕੇਸਾਂ ਦੀ ਸੁਣਵਾਈ ਹੁੰਦੀ ਆ ਉਸ ਨੂੰ ਅਸੀਂ ਕੋਰਟ ਜਿਹੜਾ ਬੋਲਦੇ ਹਾਂ, ਠੀਕ ਹੈ। ਸੋ ਇਸ ਲਈ ਸਾਡਾ ਇਹ 21 ਕੁਐਸਚਨ ਦਾ ਆਨਸਰ ਜਿਹੜਾ ਹੋ ਗਿਆ ਉਹ ਡੀ ਹੋ ਗਿਆ। ਸੋ ਜੋ ਹੈ ਸਾਡਾ ਕੋਰਟ। ਸੋ ਬਾਕੀ ਆਪਸ਼ਨ ਸਾਡੀਆਂ ਪ੍ਰੋਫੈਸ਼ਨਸ ਹਨ। ਸੋ ਕੁਐਸਚਨ ਨੰਬਰ 22, ਜਿਸ ਸਾਡੇ ਕੋਲ ਹੈ ਹੀ ਗੋਟ, ਹੀ ਬਫੈਲੋ, ਹੀ ਦਾ ਮਤਲਬ ਹੁਣ ਮੇਲ ਕੈਟੇਗਰੀ ਆ ਗਈ, ਠੀਕ ਹੈ, ਹੀ ਜਦੋਂ ਲੱਗਿਆ। ਫਿਰ ਸੀ ਆਪਸ਼ਨ ਹੈ ਕਾਊ, ਡੀ ਫॉर ਆ ਗਿਆ ਬੁੱਲ, ਸਾਡੇ ਕੋਲ ਸਾਂਡ ਆ ਗਿਆ। ਸੋ ਈ ਆ ਗਿਆ ਸਾਡਾ ਹਾਰਸ। ਸੋ ਏ, ਬੀ, ਡੀ ਅਤੇ ਈ ਆਪਸ਼ਨ ਸਾਰੀਆਂ ਜਿਹੜੀਆਂ ਮੇਲ ਕੈਟੇਗਰੀ ਨਾਲ ਸੰਬੰਧਿਤ ਹੋ ਗਈਆਂ। ਸੋ ਕਾਓ ਇੱਕ ਇਹੋ ਜਿਹੀ ਕੈਟੇਗਰੀ ਹੈ ਜੋ ਸਾਡੇ ਕੋਲ ਫੀਮੇਲ ਹੈ। ਸੋ ਆਨਸਰ ਸੀ ਆ ਗਿਆ, ਜਿਸ ਦਾ ਆਨਸਰ ਹੈ ਸਾਡਾ ਕਾਓ, ਗਾਂ। ਸੋ ਕੁਐਸਚਨ ਨੰਬਰ 23, ਜਿਸ ਵਿੱਚ ਸਾਡੇ ਕੋਲ ਹੈ ਕੇਵ, ਸ਼ੈਂਟੀ, ਹਟ, ਨੈਸਟ ਅਤੇ ਪੈਲਸ। ਹੁਣ ਕੇਵ ਦੀ ਗੱਲ ਕਰੀਏ ਤਾਂ ਇੱਕ ਸਾਡੇ ਕੋਲ ਗੁਫਾ ਹੁੰਦੀ ਹੈ, ਠੀਕ ਹੈ, ਉਹ ਜ਼ਮੀਨ ਦੇ ਅੰਦਰ ਸਾਡੇ ਕੋਲ ਇੱਕ ਖਾਲੀ ਜਗ੍ਹਾ ਬਣ ਜਾਂਦੀ ਹੈ। ਸੋ ਜਿਸ ਨੂੰ ਅਸੀਂ ਕੇਵ ਦਾ ਨਾਮ ਦੇ ਦਿੰਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਬੀ ਆਪਸ਼ਨ ਹੈ ਸ਼ੈਂਟੀ, ਸੋ ਝਾੜੀਆਂ ਦੇ ਨਾਲ ਬਣੀ ਹੋਈ ਜਗ੍ਹਾ ਜੋ ਕਵਰ ਹੁੰਦੀ ਹੈ ਸਾਡੇ ਕੋਲ। ਹੱਟ, ਝੌਂਪੜੀ ਜਿਹਨੂੰ ਅਸੀਂ ਬੋਲ ਦਿੰਦੇ ਹਾਂ, ਉਹ ਵੀ ਅਸੀਂ ਜ਼ਮੀਨ ਦੇ ਉੱਪਰ ਬਣੀ ਹੁੰਦੀ ਹੈ। ਸੋ ਨੈਸਟ, ਵਿਆਹ ਨਾਲ ਇੱਕ ਕਵਰ ਹੁੰਦਾ ਹੈ ਸਾਡੇ ਕੋਲ ਸਾਰੇ ਪਾਸੋਂ ਤੋਂ ਜੋ ਕਵਰ ਹੁੰਦਾ ਹੈ। ਸੋ ਫਿਰ ਆ ਗਿਆ ਸਾਡਾ ਕੋਲ ਪੈਲਸ। ਸੋ ਆਪਸ਼ਨ ਬੀ, ਸੀ, ਡੀ ਅਤੇ ਈ ਦੀ ਗੱਲ ਕਰੀਏ ਤਾਂ ਸਾਡੇ ਕੋਲ ਸਾਰੇ ਕੇਵ ਇਸ ਦੀਆਂ ਬਾਉਂਡਰੀਜ਼ ਹੁੰਦੀਆਂ ਹਨ। ਸੋ ਕੇਵ ਜਿਹੜੀ ਇੱਕ ਜ਼ਮੀਨ ਦੇ ਅੰਦਰ ਹੁੰਦੀ ਹੈ, ਸਾਡੇ ਕੋਲ ਸਾਰਿਆਂ ਨਾਲੋਂ ਅਲੱਗ ਹੋ ਗਈ। ਸੋ ਇਸ ਕਰਕੇ ਸਾਡਾ ਆਪਸ਼ਨ ਆ ਗਈ ਏ। ਸੋ ਸਾਡੇ ਕੋਲ ਆ ਗਿਆ ਕੇਵ। ਸੋ ਕੁਐਸਚਨ ਨੰਬਰ 24, ਆਪਸ਼ਨਸ ਹਨ ਸਾਡੇ ਕੋਲ ਪਲੈਟਿਊ, ਸਟਾਰ, ਮਾਊਂਟੇਨ, ਫੋਰੈਸਟ, ਓਸ਼ੀਅਨ। ਹੁਣ ਪਲੈਟਿਊ ਦੀ ਗੱਲ ਕਰੀਏ ਤਾਂ ਉਹ ਜਿਹੜਾ ਸਾਡੇ ਕੋਲ ਉੱਚੀ ਜਗ੍ਹਾ ਹੁੰਦੀ ਹੈ ਜ਼ਮੀਨ ਦੇ ਉੱਪਰ, ਉਸਨੂੰ ਪਲੈਟਿਊ ਬੋਲ ਦਿੰਦੇ ਹਾਂ ਅਸੀਂ, ਪਲੈਟਿਊ। ਸੋ ਸਟਾਰ ਸਾਨੂੰ ਸਕਾਈ 'ਚ ਦੇਖਣ ਨੂੰ ਮਿਲਦੇ ਹਨ, ਮਾਊਂਟੇਨ ਸਾਨੂੰ ਜ਼ਮੀਨ 'ਤੇ ਦੇਖਣ ਨੂੰ ਮਿਲਦੀਆਂ ਹਨ, ਪਹਾੜੀਆਂ। ਫੋਰੈਸਟ, ਜੰਗਲ ਵੀ ਸਾਨੂੰ ਜ਼ਮੀਨ 'ਤੇ ਦੇਖਣ ਨੂੰ ਮਿਲਦੇ ਹਨ। ਸੋ ਓਸ਼ੀਅਨਸ ਵੀ ਸਾਨੂੰ ਜ਼ਮੀਨ 'ਤੇ ਹੀ ਵੇਖਣ ਨੂੰ ਮਿਲਦੇ ਹਨ। ਸੋ ਸਟਾਰ ਸਾਡੇ ਕੋਲ ਆਪਸ਼ਨ ਬੀ ਹੋ ਗਈ, ਜੋ ਅਸੀਂ ਸਕਾਈ ਦੇ ਵਿੱਚ ਵੇਖਦੇ ਹਾਂ ਜਾਂ ਆਕਾਸ਼ ਦੇ ਵਿੱਚ ਦੇਖਦੇ ਹਾਂ ਤਾਰੇ, ਠੀਕ ਹੈ। ਬਾਕੀ ਸਾਰੀਆਂ ਚੀਜ਼ਾਂ ਸਾਨੂੰ ਜ਼ਮੀਨ 'ਤੇ ਮਿਲਦੀਆਂ ਹਨ। ਸੋ ਕੁਐਸਚਨ ਆ ਗਿਆ ਸਾਡੇ ਕੋਲ 25, ਜਿਸ 'ਚ ਸਾਡੇ ਕੋਲ ਹੈ ਬਟਰ, ਮੱਖਣ, ਕਰਡ, ਦਹੀਂ, ਆਈਸਕ੍ਰੀਮ ਹੋ ਗਈ, ਚੀਜ਼ ਹੋ ਗਿਆ, ਪਨੀਰ ਜਿਸ ਨੂੰ ਕਹਿੰਦੇ ਆ, ਅਤੇ ਜੂਸ ਹੋ ਗਿਆ। ਹੁਣ ਬਟਰ ਦੇਖੋ ਕਾਹਤੋਂ ਬਣਦਾ ਸਾਡਾ ਦੁੱਧ ਤੋਂ, ਉਸ ਤੋਂ ਬਾਅਦ ਕਰਡ ਦੁੱਧ ਤੋਂ, ਆਈਸਕ੍ਰੀਮ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ, ਚੀਜ਼ ਪਨੀਰ ਦੇ ਲਈ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਜੂਸ ਦੇ ਲਈ ਤੁਸੀਂ ਦੁੱਧ ਦੀ ਵਰਤੋਂ ਕਰਦੇ ਹੋ ਨਹੀਂ। ਸੋ ਸਾਡਾ ਫਰੂਟਸ ਤੋਂ ਬਣਦਾ ਹੈ, ਇਸ ਲਈ ਸਾਡੇ ਕੋਲ ਆਪਸ਼ਨ ਆ ਗਈ ਆਪਸ਼ਨ ਈ। ਸੋ ਸਾਡਾ ਆ ਗਿਆ ਜੂਸ। ਇਸ ਤੋਂ ਬਾਅਦ ਕੁਐਸਚਨ ਆਉਂਦਾ ਸਾਡਾ 26, ਜਿਸ ਦੀਆਂ ਆਪਸ਼ਨਸ ਹਨ ਬਲੂ, ਗ੍ਰੀਨ, ਯੈਲੋ, ਔਰੇਂਜ ਐਂਡ ਪਿੰਕ। ਸੋ ਕਲਰਸ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ। ਸੋ ਅਸੀਂ ਸਤਰੰਗੀ ਪਿੰਕ ਬਾਰੇ ਤਾਂ ਸੁਣਿਆ ਹੈ, ਠੀਕ ਹੈ, ਜੋ ਬਾਰਿਸ਼ ਦੀ ਹੋਣ ਤੋਂ ਬਾਅਦ ਸਾਨੂੰ ਦਿਖਦੀ ਹੈ। ਸੋ ਜੋ ਪ੍ਰਿਜ਼ਮ ਦੇ ਕਾਰਨ ਹੁੰਦਾ ਹੈ ਸਾਡਾ। ਸੋ ਇਸ ਦੇ ਕਲਰ ਕੀ ਹੁੰਦੇ ਨੇ, VIBGYOR, ਜਿਸ ਨੂੰ ਅਸੀਂ ਵਿਬਗਿਓਰ ਪੜ੍ਹਦੇ ਹਾਂ। ਸੋ ਇਸ ਦਾ ਮਤਲਬ ਹੋਇਆ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ, ਰੈੱਡ। ਹੁਣ ਅਸੀਂ ਆਪਣੇ ਆਪਸ਼ਨਸ ਦੇਖੀਏ। ਸੋ ਆਪਸ਼ਨ ਦੇ ਵਿੱਚ ਸਾਡੇ ਕੋਲ ਬਲੂ ਦਿੱਤਾ ਗਿਆ ਹੈ, ਕੈਂਸਲ ਕਰ ਦਿਓ। ਗ੍ਰੀਨ ਦਿੱਤਾ ਗਿਆ ਹੈ, ਕੈਂਸਲ ਕਰ ਦਿਓ। ਯੈਲੋ ਦਿੱਤਾ ਗਿਆ ਹੈ, ਕੈਂਸਲ ਕਰ ਦਿਓ। ਔਰੇਂਜ ਦਿੱਤਾ ਗਿਆ, ਕੈਂਸਲ ਕਰ ਦਿਓ। ਫਿਰ ਆਪਸ਼ਨ ਹੈ ਸਾਡੇ ਕੋਲ ਪਿੰਕ। ਸੋ ਪਿੰਕ ਦਾ ਕਲਰ ਇਹਦੇ ਵਿੱਚ ਹੈ ਹੀ ਨਹੀਂ, ਠੀਕ ਹੈ। ਮਤਲਬ ਕਿ ਚਾਰੋਂ ਦੇ ਚਾਰ ਕਲਰ ਸਾਡੇ ਕੋਲ ਜਿਹੜੀਆਂ ABCD ਆਪਸ਼ਨਸ ਹਨ ਉਹ ਵਿਬਗਿਓਰ ਦੇ ਵਿੱਚੋਂ ਹਨ, ਅਤੇ ਪਿੰਕ ਜਿਹੜਾ ਸਾਡੇ ਕੋਲ ਨਹੀਂ ਹੈ, ਇਸ ਲਈ ਸਾਡੇ ਕੋਲ ਇਸ ਦਾ ਜਿਹੜਾ 26 ਦਾ ਆਨਸਰ ਹੋ ਗਿਆ E। ਸੋ ਜੋ ਹੈ ਸਾਡੇ ਕੋਲ ਕਲਰ ਪਿੰਕ। ਸੋ ਇਸ ਤੋਂ ਬਾਅਦ ਸਾਡੇ ਕੋਲ ਕੁਐਸਚਨ ਆਉਂਦਾ ਹੈ 27। ਸੋ ਇਸ ਦੀਆਂ ਆਪਸ਼ਨਸ ਹਨ ਸਾਡੇ ਕੋਲ ਹਰਿਆਣਾ, ਗੁਜਰਾਤ, ਕੇਰਲਾ, ਤਾਮਿਲਨਾਡੂ, ਮਹਾਰਾਸ਼ਟਰ। ਹੁਣ ਦੇਖੋ 5 ਦੀਆਂ 5 ਹੀ ਸਾਡੀਆਂ ਜਿਹੜੀਆਂ ਸਟੇਟਸ ਹਨ। ਸੋ ਹਰਿਆਣਾ ਦੇਖੋ, ਤਾਮਿਲਨਾਡੂ ਦੇਖੋ ਕਿਹੜੀ ਦਿਸ਼ਾ ਜਾਂ ਨਾ ਸਾਡਾ ਜਿਹੜਾ ਕਿ ਸਾਊਥਰਨ ਸਾਈਡ 'ਚ ਆਉਂਦਾ ਹੈ ਤਾਮਿਲਨਾਡੂ, ਨੀਚੇ ਵਾਲੀ ਸਾਈਡ 'ਤੇ ਆ ਜਾਂਦਾ ਹੈ ਮੈਪ ਦੇ ਵਿੱਚ। ਉਸ ਦੇ ਨਾਲ ਕੀ ਪੈਂਦਾ ਹੈ, ਸਮੁੰਦਰ, ਪਾਣੀ ਦੇ ਤੱਟ ਲੱਗਦੇ ਹਨ। ਸੋ ਨਾਲ ਹੀ ਗੁਜਰਾਤ ਦੇਖੋ, ਗੁਜਰਾਤ ਨੂੰ ਵੀ ਤੁਸੀਂ ਦੇਖੋ ਤਾਂ ਸਾਈਡ ਤੋਂ ਤੁਹਾਨੂੰ ਸਮੁੰਦਰ ਲੱਗਦਾ ਹੈ, ਜਿੱਥੇ ਸਾਡੀਆਂ ਬੰਦਰਗਾਹਾਂ ਬਣੀਆਂ ਹੋਈਆਂ ਹਨ। ਸੋ ਜਿੱਥੋਂ ਸ਼ਿਪ ਦੇ ਨਾਲ ਅਸੀਂ ਜਿਹੜਾ ਕਿ ਸਮਾਨ ਲੋਡ ਕਰਕੇ ਇੰਪੋਰਟ ਐਕਸਪੋਰਟ ਦਾ ਕੰਮ ਜਿਹੜਾ ਆਯਾਤ ਨਿਰਯਾਤ ਦਾ ਕੰਮ ਜਿਹੜਾ ਉਹ ਅਸੀਂ ਕਰਦੇ ਹਾਂ। ਸੋ ਮਹਾਰਾਸ਼ਟਰ ਉਹ ਵੀ ਸਾਡਾ ਬੰਦਰਗਾਹ ਨਾਲ ਪੈਂਦੀ ਹੈ, ਬੰਬੇ, ਠੀਕ ਹੈ, ਇਸ ਦੀ ਕੈਪੀਟਲ ਹੈ। ਸੋ ਤਾਮਿਲਨਾਡੂ ਇਹ ਵੀ ਸਾਡਾ ਸਾਊਥ ਦੇ ਵਿੱਚ ਆ ਗਿਆ। ਸੋ ਰਹਿ ਗਈ ਆਪਸ਼ਨ ਹਰਿਆਣਾ। ਹਰਿਆਣਾ ਸਾਡੇ ਕੋਲ
इस दे नाल कोई भी जिहड़ा बंदरगाह नहीं लगदी। सो इस 27 की ऑप्शन आ गई साडे को ए। सो इसका आंसर है साडा हरियाणा। सो इस तो बाद आ गया साडा क्वेश्चन नंबर 28, जिस साडे को ऑप्शन ए है बिस्किट्स, केक्स, टार्ट्स, कटलट्स, उस तो बाद आता साडा पेस्ट्रीज। सो जिहड़ियां 4 ऑप्शन पहलियां उन्होंने बेकड किया जाता है, मतलब कि पकाया जाता है हीट के नाल। सो जिहड़ा पंजवां है वो साडा पेस्ट्रीज है, जिसनों असीं हीट के नाल नहीं पकाते। सो ये साडा ऑप्शन आ गई ई। सो जिसका आंसर है साडा पेस्ट्रीज। ठीक है। सो इस तो बाद साडा आंदा है क्वेश्चन नंबर 29। सॉरी इत्थे आना RIES। ठीक है। सो 29। सो ऑप्शनस की हैं साडे को फोटोग्राफी, पोस्टर, सीनरी, पिक्चर एंड पेंटिंग। हुण फोटोग्राफी देखोगे, फोटोग्राफी करो तो फोटो खिंचोगे, तुहानूं अपनी इमेज दिखेगी जां किसी होर दी फोटो तुसीं देख लोगे। पोस्टर किसी भी चीज़ के रिगार्डिंग जी पोस्टर असीं बनाते हैं, मतलब उसने कोई ना कोई जानकारी असीं दिंदे हैं पोस्टर ते। उस तो बाद साडा आउंदा है सीनरी। सीनरी दे विच तुहानूं कोई ना कोई फोटो वेखण नूं मिलदी है, सीनरी दे विच भी। पिक्चर दे विच तां क्लीयर है कि तुहानूं फोटो मिलती है। उस तो बाद पेंटिंग दे नाल भी तुसीं कुछ ना कुछ पेंटिंग जिहड़ी ओह बनाते हो। सो पोस्टर एक इहो जी चीज़ है जिहदे च तुसीं कोई ना कोई टैक्सट लिख के या किसी भी तरह तुसीं कोई जानकारी जिहड़ी ओह दिंदे हो, इनफॉर्मेशन दे लई यूज़ कीते जाते हैं। सो इसलिए साडी को ऑप्शन आ गई बी, जो बाकियां नालों अलग है। जो साडा आंसर हो गया पोस्टर। सो क्वेश्चन नंबर 30 जो है साडा कोर्ट, रिंक, स्टेडियम, फील्ड, फार्म। हुण देखो कोर्ट ये भी साडा जिहड़ा कि गेम दे नाल रिलेटेड वर्ड है, COURT। रिंक भी गेम नाल, स्टेडियम भी साडा गेम नाल रिलेटेड है, फील्ड भी साडा गेम नाल रिलेटेड है। सो फार्म साडी एक ऑप्शन है। सो जो साडा गेम नाल रिलेटेड नहीं है, खेडां दे नाल संबंधित नहीं है। सो साडी लई इसलिए ऑप्शन साडी आ गई ई। सो ये सी साडे 30 क्वेश्चन क्लासीफिकेशन टाइप 1 सी साडी वर्ड की क्लासीफिकेशन की है असीं। सो हुण तुहानूं 10 क्वेश्चन जिहड़े ने होमवर्क लई मिल जाणगे। सो जिस दे आंसर्स ने तुहानूं वो इसकी नैक्सट क्लास दे विच तुहानूं जिहड़े कि मिलणगे। सो ध्यान रखना है क्लास फस्ट वेखण तो बाद क्लास सैकेंड जरूर वेखणी है, तां जो तुहाडा जो होमवर्क होएगा, जो तुहानूं रिव्यू एक्सरसाइज दित्ती जाएगी, उसनूं तुसीं सही आंसर लगाए हैं जां कि नहीं लगाए हैं। सो थैंक यू, मिलते हैं नैक्सट क्लास विच अपनी अगली क्लास दे नाल।